69 ਅੰਗ ਤੇ ਪਾਵਨ ਸ਼ਬਦ ਦੀ ਪ੍ਰਾਰੰਭਤਾ ਕਰਦੇ ਹੋਏ ਪਾਤਸ਼ਾਹ ਜੀ ਕਹਿੰਦੇ ਹਨ, ਸਤਿਗੁਰ ਮਿਲਿਆ ਫੇਰ ਨਾ ਪਵੈ, ਜਨਮ ਮਰਨ ਦੁਖ ਜਾਏ। हे ਭਾਈ ਗੁਰਸਿੱਖੋ ਗੁਰਮੁਖੋ, ਔਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਨੂੰ ਗੁਰੂ ਅੰਗਦ ਦੇਵ ਜੀ ਨਾਲ ਮਿਲਣ ਤੋਂ ਕੀ ਲਾਭ ਮਿਲਿਆ, ਪ੍ਰਾਪਤ ਹੋਇਆ। ਪਾਤਸ਼ਾਹ ਕਹਿੰਦੇ, ਗੁਰਮੁਖੋ, ਗੁਰੂ ਅੰਗਦ ਦੇਵ ਜੀ ਨਾਲ ਮਿਲਣ ਕਰਕੇ 84 ਲੱਖ ਜੂਨਾਂ ਦਾ ਫੇਰਾ ਨਹੀਂ ਪੈਂਦਾ, ਔਰ ਜਨਮ ਮਰਨ ਦੇ ਚੱਕਰ 'ਚ ਨਹੀਂ ਪੈਂਦਾ। ਉਹ ਆਪ ਤਾਂ ਪੈਂਦੀ ਕੀ ਹੈ, ਹੋਰਾਂ ਨੂੰ ਵੀ ਕੱਢਣ ਦੇ ਸਮਰੱਥ ਬਣ ਜਾਂਦਾ ਹੈ। ਇੱਦਾਂ ਵੱਡਿਆਂ ਦੀ ਵਡਿਆਈ ਕਰਦੇ ਹਨ। ਪਾਤਸ਼ਾਹ ਜੀ ਕਹਿੰਦੇ ਹਨ, ਪੂਰਾ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹੈ ਸਮਾਏ। ਸਤਿਗੁਰਾਂ ਦੇ ਉਪਦੇਸ਼ ਕਰਕੇ ਆਪਣੇ ਸਰੂਪ ਦੀ ਸੋਝੀ ਪ੍ਰਾਪਤ ਹੁੰਦੀ ਹੈ। ਫਿਰ ਗੁਰਮੁਖ ਹਰੀ ਦੇ ਨਾਮ ਵਿੱਚ ਮਸਤ ਰਹਿੰਦੇ ਹਨ, ਭੇਦ ਹੋ ਰਹਿੰਦੇ ਹਨ। ਮਨ ਮੇਰੇ ਸਤਿਗੁਰ ਸਿਓ ਚਿਤ ਲਾਏ, ਮੇਰੇ ਮਨ ਸਤਿਗੁਰਾਂ ਦੇ ਨਾਲ ਚਿੱਤ ਜੋੜਨਾ ਕਰ, ਸਤਿਗੁਰੂ ਦਾ ਧਿਆਨ ਚਿੱਤ ਵਿੱਚ ਲਾਉਣਾ ਕਰ, ਸਤਿਗੁਰੂ ਦੇ ਨਾਮ ਨਾਲ ਮਿਲ ਕੇ ਚਿੱਤ ਨੂੰ ਲਾਉਣਾ ਕਰ। ਨਿਰਮਲ ਨਾਮ ਸਦ ਨਵ ਤਨੋ, ਆਪ ਵਸੈ ਮਨ ਆਏ ਰਹਾਉ। ਪਰਮੇਸ਼ਰ ਦਾ ਨਾਮ ਉਜਲ ਹੈ ਤੇ ਸਦਾ ਨਵ ਤਨੋ, ਨਵਾਂ ਤਨ ਨਵੀਨ ਹੈ। ਜਿਨ੍ਹਾਂ ਦੇ ਮਨ ਵਿੱਚ ਵਸਦਾ ਹੈ ਨਾਮ, ਉਹਨਾਂ ਦੇ ਅੰਦਰ ਮਾਲਕ ਵਾਹਿਗੁਰੂ ਸਖਿਆਤਕਾਰ ਹੋ ਜਾਂਦਾ ਹੈ। ਹਰ ਜੀਉ ਰਾਖੋ ਆਪਣੀ ਸਰਣਾਈ, ਜਿਉ ਰੱਖ ਹੈ ਤਿਉ ਰਹਿਣਾ। ਪਾਤਸ਼ਾਹ ਕਹਿੰਦੇ, ਇੱਦਾਂ ਬੇਨਤੀ ਕਰੋ, ਹੇ ਮਾਲਕ ਵਾਹਿਗੁਰੂ ਪਰਮੇਸ਼ਰ, ਗੁਰਾਂ ਦੇ ਦੁਆਰਾ ਆਪਣੀ ਸ਼ਰਨ ਵਿੱਚ ਰੱਖੋ, ਜਿਵੇਂ ਆਪ ਕਰਮਾਂ ਅਨੁਸਾਰ ਰੱਖਦੇ ਹੋ, ਚੰਗਿਆਂ ਮਾੜਿਆਂ ਬੁਰਿਆਂ ਭਲਿਆਂ, ਬਸ ਆਪਣੇ ਚਰਨਾਂ ਵਿੱਚ ਰੱਖਣਾ ਕਰੋ। ਇਸ ਤਰ੍ਹਾਂ ਸਾਡਾ ਰਹਿਣਾ ਠੀਕ ਹੈ ਆਪ ਜੀ ਦੇ ਚਰਨਾਂ ਵਿੱਚ। ਗੁਰ ਕੈ ਸ਼ਬਦ ਜੀਵਤ ਮਰੈ, ਗੁਰਮੁਖ ਭਵ ਜਲ ਤਰਣਾ। ਗੁਰਾਂ ਦੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰਨਾ ਕਰੇ। ਇਸ ਪ੍ਰਕਾਰ ਜੀਵਤ ਭਾਵ ਤੋਂ ਮਰ ਕੇ ਹੀ ਗੁਰਮੁਖਾਂ ਨੇ ਪਾਏ ਦਾਇਕ ਸੰਸਾਰ ਨੂੰ ਤਰਨਾ ਕੀਤਾ ਹੈ। ਵੱਡਾ ਭਾਗ ਨਾਉ ਪਾਈਐ, ਗੁਰਮਤਿ ਸ਼ਬਦ ਸਹਾਈ। ਵੱਡੇ ਭਾਗਾਂ ਕਰਕੇ ਨਾਮ ਨੂੰ ਪਾਈਂਦਾ, ਗੁਰਾਂ ਦੀ ਮੱਤ ਦੁਆਰਾ ਸ਼ਬਦ ਕਰਕੇ ਸੋਭਨੀਕ ਬਣ ਜਾਂਦਾ। ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਹਿਆ ਸਮਾਈ। ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਪ੍ਰਗਟ ਹੋ ਕੇ ਵਸਿਆ ਹੈ, ਉਹ ਸੁਤੇ ਸਿੱਧ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ। ਇਕ ਨਾਮ ਮਨਮੁਖ ਸ਼ਬਦ ਨ ਲਾ ਭਾਵੈ, ਬੰਧਨ ਬੰਧ ਭਵਾਇਆ। ਜਿਹੜੇ ਸੁਖੀ ਨੂੰ ਦੇਖਦੇ ਨੇ ਤੇ ਸੜਦੇ ਨੇ, ਦੁਖੀ ਦੇਖ ਕੇ ਖੁਸ਼ ਹੁੰਦੇ ਨੇ। ਪਾਤਸ਼ਾਹ ਕਹਿੰਦੇ, ਮਨਮੁਖਾਂ ਨੂੰ ਸਤਿਗੁਰਾਂ ਦਾ ਸ਼ਬਦ ਚੰਗਾ ਨਹੀਂ ਲੱਗਦਾ, ਉਹਨਾਂ ਨੇ ਸਿੱਖੀ ਨਹੀਂ ਧਾਰਨ ਕੀਤੀ। ਐਸੇ ਮਨਮੁਖ ਉਹਨਾਂ ਨੂੰ ਕਾਮ ਕ੍ਰੋਧ ਦੇ ਬੰਧਨਾਂ ਵਿੱਚ, ਨਿਖਿੱਧ ਕਰਮਾਂ ਦੇ ਬੰਧਨਾਂ ਵਿੱਚ ਬੰਨ੍ਹ ਕੇ ਜੂਨਾਂ ਵਿੱਚ ਫੇਰਿਆ ਜਾਂਦਾ ਹੈ। ਲੱਖ 84 ਹੀ ਫਿਰ ਆਵੈ, ਬਿਰਥਾ ਜਨਮ ਗਵਾਇਆ। ਮਨਮੁਖ 84 ਲੱਖ ਜੂਨਾਂ ਦੇ ਗੇੜੇ ਵਿੱਚ ਮੁੜ ਮੁੜ ਕੇ ਆਉਂਦੇ ਜਾਂਦੇ ਨੇ, ਆਪਣਾ ਜਨਮ ਬਿਰਥਾ ਗਵਾ ਲੈਂਦੇ ਹਨ। ਭਗਤਾ ਮਨ ਆਨੰਦ ਹੈ, ਸੱਚੈ ਸ਼ਬਦ ਰੰਗ ਰਾਤੇ। ਭਗਤਾਂ ਦੇ ਮਨ ਵਿੱਚ ਤਾਂ ਨਾਮ ਕਰਕੇ ਪਰਮੇਸ਼ਰ ਦਾ ਆਨੰਦ ਸਦਾ ਹੀ ਬਣਿਆ ਰਹਿੰਦਾ। ਉਹ ਸੱਚੇ ਸ਼ਬਦ ਦੇ ਪ੍ਰੇਮ ਰੰਗ ਵਿੱਚ ਰਾਤੇ ਕਹੀਏ ਰੰਗੇ ਹੋਏ ਹਨ, ਮਿਲੇ ਹੋਏ ਹਨ। ਆਨ ਦਿਨ ਗੁਣ ਗਾਵਹਿ ਸਦ ਨਿਰਮਲ, ਸਹਿਜੇ ਨਾਮ ਸਮਾਤੇ। ਉਹ ਭਗਤ ਜਨ ਪਰਮੇਸ਼ਰ ਦੇ ਗੁਣਾਂ ਨੂੰ ਰਾਤ ਦਿਨ ਗਾਉਂਦੇ ਹਨ, ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ, ਸਮਾਤੇ ਕਹੀਏ ਸਮਾਏ ਹੋਏ ਹਨ। ਗੁਰਮੁਖ ਅੰਮ੍ਰਿਤ ਬਾਣੀ ਬੋਲ ਹੈ, ਸਭ ਆਤਮ ਰਾਮ ਪਛਾਣੀ। ਗੁਰਮੁਖ ਤਾਂ ਅਮਰ ਕਰਨ ਵਾਲੀ ਗੁਰਾਂ ਦੀ ਬਾਣੀ ਮੁਖ ਦੇ ਵਿੱਚੋਂ ਬੋਲਦੇ ਹਨ, ਪਰਮੇਸ਼ਰ ਆਤਮ ਸਰੂਪ ਸਾਰੇ ਰਵਿਆ ਹੋਇਆ ਪਛਾਣਦੇ ਹਨ। ਏਕੋ ਸੇਵਨ ਏਕ ਅਰਾਧ ਹੈ, ਅਰਾਧ ਹੈ
ਗੁਰਮੁਖ ਅਕਥ ਕਹਾਣੀ। ਉਹ ਇੱਕ ਪਰਮੇਸ਼ਰ ਦਾ ਸਰੀਰ ਕਰਕੇ ਸੇਵਨ ਕਰਦੇ ਹਨ, ਇੱਕੋ ਹੀ ਪਰਮੇਸ਼ਰ ਦਾ ਮਨ ਕਰਕੇ ਆਰਾਧਨ ਕਰਦੇ ਹਨ। ਅਕਥ ਪ੍ਰਭੂ ਦਾ ਹੀ ਬਾਣੀ ਦੁਆਰਾ ਕਥਨ ਕਰਦੇ ਹਨ। ਜਦੋਂ ਅਗਸਤ ਮੁਨੀ ਜੀ ਨੇ ਆਸ਼ਰਮ ਤੇ ਭਗਵਾਨ ਰਾਮਚੰਦਰ ਜੀ ਦੇ ਗਏ ਸਨ, ਤਾਂ ਸੀਤਾ ਜੀ ਨੂੰ ਸਹੇਲੀਆਂ ਨੇ ਪੁੱਛਿਆ, ਤੇਰਾ ਪਤੀ ਕਿਹੜਾ ਹੈ? ਤਾਂ ਸੀਤਾ ਨੇ ਕਿਹਾ ਸੀ ਕਿ ਗੋਰੇ ਰੰਗ ਵਾਲਾ, ਧਨਖਵਾਨ, ਸਾਹਿਤ ਤੇ ਵੀਰ ਆਸਣ ਵਾਲਾ, ਖੱਬੇ ਪਾਸੇ ਵਾਲਾ, ਔਰ ਮੇਰਾ ਇਹ ਦਿਓਰ ਹੈ। ਤਾਂ ਆਪੇ ਸਮਝ ਗਈਆਂ ਸਨ ਕਿ ਸੱਜੇ ਪਾਸੇ ਵਾਲਾ ਰਾਮਚੰਦਰ ਇਸ ਦਾ ਪਤੀ ਹੈ। ਇਸੇ ਤਰ੍ਹਾਂ ਗੁਰਮੁਖ ਸਖੀਆਂ ਨਾਮ ਰੂਪ ਦਾ ਕਥਨ ਕਰਦੀਆਂ ਹਨ। ਉਹ ਸਮਝ ਪੈ ਜਾਂਦੀ ਹੈ ਕਿ ਨਾਮ ਰੂਪ ਤੋਂ ਰਹਿਤ ਪਰਮੇਸ਼ਰ ਹੈ, ਵਾਹਿਗੁਰੂ ਹੈ। ਯਹ ਨਹਿ, ਯਹ ਨਹਿ, ਯਹ ਨਹਿ ਹੋਈ ਇਸ ਤੇ ਪਤੇ, ਪਰੇ ਸਤ ਹੈ ਸੋਈ। ਪਾਤਸ਼ਾਹ ਜੀ ਕਹਿੰਦੇ ਹਨ, ਸੱਚਾ ਸਾਹਿਬ ਸੇਵੀਐ, ਗੁਰਮੁਖ ਵਸੈ ਮਨ ਆਏ। ਸੱਚੇ ਮਾਲਕ ਪ੍ਰਭੂ ਦਾ ਯਾਦ ਕਰੀਏ, ਸੇਵਨ ਕਰੀਏ, ਤਾਂ ਗੁਰਮੁਖਾਂ ਦੀ ਸੰਗਤ ਕਰਕੇ ਪ੍ਰਭੂ ਮਨ ਵਿੱਚ ਆ ਕੇ ਵਸ ਜਾਂਦਾ ਹੈ। ਸਦਾ ਰੰਗ ਰਾਤੇ ਸੱਚ ਸਿਓ, ਆਪਣੀ ਕਿਰਪਾ ਕਰੇ ਮਿਲਾਏ। ਜੋ ਸੱਚੇ ਮਾਲਕ ਦੇ ਰੰਗ ਵਿੱਚ ਰੰਗੇ ਗਏ, ਉਹਨਾਂ ਤੋਂ ਪ੍ਰਭੂ ਆਪਣੀ ਕਿਰਪਾ ਕਰਕੇ ਅਭੇਦ ਕਰ ਲੈਂਦਾ ਹੈ ਉਹਨਾਂ ਦੇ ਤਾਈਂ। ਆਪੇ ਕਰੇ ਕਰਾਏ ਆਪੇ, ਇਕ ਨਾ ਸੁਤਿਆ ਦੇ ਜਗਾਏ। ਪਰਮੇਸ਼ਰ ਨੇ ਆਪ ਹੀ ਭਗਵਾਨ ਵਿਸ਼ਨੂੰ, ਬ੍ਰਹਮਾ, ਸ਼ਿਵ ਆਦਿਕ ਕੀਤੇ ਹਨ। ਆਪ ਹੀ ਉਹਨਾਂ ਤੋਂ ਸੰਸਾਰ ਦੀ ਉਤਪਤੀ ਪਾਲਣਾ ਲੈਤਾ ਕਰਾਉਂਦਾ ਹੈ। ਆਪ ਹੀ ਗੁਰੂ ਜੀ ਉਪਦੇਸ਼ ਕਰਦੇ ਹਨ। ਆਪ ਹੀ ਸਿੱਖ ਤੋਂ ਸ਼ਰਵਣ ਮੰਨਣ ਅਧਿਆਸਨ ਕਰਾਉਂਦੇ ਹਨ। ਇਹਨਾਂ ਨੂੰ ਅਵਿਦਿਆ ਦੀ ਨੀਂਦ ਵਿੱਚ ਸੁੱਤਿਆਂ ਨੂੰ ਔਰ ਗਿਆਨ ਅਵਸਥਾ ਵਿੱਚ ਜਗਾ ਦਿੰਦੇ ਹਨ। ਆਪੇ ਮੇਲ ਮਿਲਾਏ ਦਾ, ਨਾਨਕ ਸ਼ਬਦ ਸਮਾਏ। ਸਤਿਗੁਰੂ ਕਹਿੰਦੇ ਹਨ, ਉਹ ਆਪ ਹੀ ਜਿਨ੍ਹਾਂ ਨੂੰ ਗੁਰੂ ਦੇ ਮੇਲ ਵਿੱਚ ਮੇਲਦਾ ਹੈ, ਤੇ ਉਹ ਸ਼ਬਦ ਦੀ ਕਮਾਈ ਕਰਕੇ ਸਮਾਏ ਭਾਵ ਅਭੇਦ ਹੋ ਜਾਂਦੇ ਹਨ। ਸ੍ਰੀ ਰਾਗ ਮਹੱਲਾ ਤੀਜਾ। ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ, ਔਰ ਮੈਲਾ ਮਨ ਠੀਕ ਕਿਵੇਂ ਹੁੰਦਾ ਹੈ, ਉੱਜਲ ਕਿਵੇਂ ਹੁੰਦਾ ਹੈ, ਨਿਰਮਲ ਕਿਵੇਂ ਹੁੰਦਾ ਹੈ? ਮੈਲਾ ਹਰਿ ਕੇ ਨਾਮ ਬਿਨ ਜੀਓ, ਤਿਨ ਪ੍ਰਭ ਸਾਚੈ ਆਪ ਭੁਲਾਇਆ, ਬਿਖੈ ਠਗੌਰੀ ਪੀਓ। ਪਾਤਸ਼ਾਹ ਜੀ ਕਹਿੰਦੇ ਹਨ, ਸਤਿਗੁਰ ਸੇਵਿਐ ਮਨ ਨਿਰਮਲਾ, ਭਏ ਪਵਿੱਤ ਸਰੀਰ। ਸਤਿਗੁਰਾਂ ਦਾ ਯਾਦ ਕਰਨ ਕਰਕੇ, ਭਜਨ ਕਰਕੇ ਨਿਰਮਲ ਹੁੰਦਾ ਮਨ। ਮਲ ਵਿਖੇਪ ਵਰਨ ਦੀ ਮੈਲ ਤੋਂ ਅਤੇ ਸਰੀਰ ਦੀ ਸੇਵਾ ਕਰਕੇ ਪਵਿੱਤਰ ਹੋ ਜਾਂਦਾ। ਸੋ ਤਨ ਨਿਰਮਲ ਜਿਤ ਉਪਜੈ, ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਪਵਿੱਤਰ ਹੋ ਜਾਂਦਾ ਉਹਨਾਂ ਦਾ ਮਨ, ਸਰੀਰ ਪਵਿੱਤਰ ਹੋ ਜਾਂਦਾ। ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਉਹਨਾਂ ਗੁਰਮੁਖਾਂ ਨੇ ਮਨ ਵਿੱਚ ਹੀ ਆਤਮਾ ਸਰੂਪ ਦਾ ਸਦਾ ਆਨੰਦ ਹੈ ਜੋ ਉਹ ਪਾਉਣਾ ਕੀਤਾ ਹੈ। ਸਰੀਰ ਕਰਕੇ ਵੀ ਉਹਨਾਂ ਨੇ ਸਦਾ ਸੁੱਖ ਨੂੰ ਪ੍ਰਾਪਤ ਕੀਤਾ ਹੈ। ਗਹਿਰ ਨਿਰਹਲ ਤੇ ਗੰਭੀਰ ਕਹੀਏ ਡੂੰਘਾ ਪਰਮੇਸ਼ਰ ਮਿਲਿਆ ਹੈ। ਉਹ ਸਤਿਗੁਰੂ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਉਚਾਰਨ ਕਰਦੇ ਨੇ, ਕਹਿੰਦੇ ਹਨ, ਸੱਚੀ ਸੰਗਤ ਵੈਸਣਾ, ਸੱਚ ਨਾਮ ਮਨ ਧੀਰ। ਜਿਸ ਵਿੱਚ ਮਿਲ ਕੇ ਸੱਚਾ ਨਾਮ ਚੇਤੇ ਆਵੇ, ਐਸੀ ਸੰਗਤ ਵਿੱਚ ਬੈਠਣਾ ਕਰੇ, ਤਾਂ ਸੱਚਾ ਨਾਮ ਮਨ ਵਿੱਚ ਵਸਦਾ ਹੈ ਤੇ ਧੀਰਜ ਆਉਂਦਾ ਫਿਰ ਬੰਦੇ ਦੇ ਅੰਦਰ। ਮਨ ਰੇ ਸਤਿਗੁਰ ਸੇਵਨ ਸੰਗ, ਇਹ ਮੇਰੇ ਮਨ ਸੰਗ ਸੰਗਣ ਤੋਂ ਰਹਿਤ ਕਰਕੇ, ਸਾਰੀਆਂ ਸ਼ੰਕਾਂ ਛੱਡ ਕੇ ਸਤਿਗੁਰਾਂ ਦੀ ਸੇਵਾ ਕਰ। ਕਾਮ ਕ੍ਰੋਧ ਇਹਨਾਂ ਦੀ ਸੰਗਤ ਤੋਂ ਨਿਸੰਗ ਹੋ ਕੇ ਔਰ ਰਹਿਤ ਹੋ ਜਾਵੇਗਾ। ਫਿਰ ਸਤਿਗੁਰ ਸੇਵਿਐ ਹਰ ਮਨ ਵਸੈ, ਲੱਗੈ ਨਾ ਮੈਲ ਪਤੰਗ ਰਹਾਉ। ਪਾਤਸ਼ਾਹ ਕਹਿੰਦੇ, ਜੋ ਸਤਿਗੁਰਾਂ ਦਾ ਸੇਵਨ ਕਰਦੇ ਹਨ, ਮਨ ਵਿੱਚ ਵਸ ਜਾਂਦਾ ਮਾਲਕ,
ਤੇ ਫਿਰ ਸਰੀਰ ਨੂੰ ਪਾਪਾਂ ਦੀ ਮੈਲ ਨਹੀਂ ਲੱਗਦੀ। ਪਤੰਗ, ਕਤਰੇ ਮਾਤਰ ਵੀ ਮੈਲ ਨਹੀਂ ਲੱਗਦੀ, ਥੋੜ੍ਹਾ ਮਾਤਰ ਵੀ ਔਰ ਮੈਲ ਨਹੀਂ ਲੱਗਦੀ। ਸੂਰਜ ਵੱਤ ਚਮਕੀਲਾ ਸਰੂਪ ਹੋ ਜਾਂਦਾ ਹੈ, ਚਮਕ ਜਾਂਦਾ ਹੈ ਸਰੂਪ। ਸੱਚੈ ਸ਼ਬਦ ਪਤ ਊਪਜੈ, ਸੱਚੇ ਸੱਚਾ ਨਾਉ। ਸੱਚੇ ਸ਼ਬਦ ਦੀ ਕਮਾਈ ਕਰਕੇ ਲੋਕ ਪਰਲੋਕ ਵਿੱਚ ਇੱਜ਼ਤ ਪੈਦਾ ਹੁੰਦੀ ਹੈ। ਉਹ ਸੱਚੇ ਨਾਮ ਦਾ ਹੀ ਸ਼੍ਰਵਣ ਮੰਨਣ ਨਿਧਿਆਸਨ ਕਰਦੇ ਹਨ। ਜਿਨੀ ਹਉਮੈ ਮਾਰ ਪਛਾਣਿਆ, ਹਉ ਤਿੰਨਾ ਬਲਿਹਾਰੈ ਜਾਉ। ਜਿਨ੍ਹਾਂ ਨੇ ਦੇਹ ਦੀ ਹਉਮੈ ਨੂੰ ਮਾਰ ਕਰਕੇ ਪਰਮੇਸ਼ਰ ਨੂੰ ਪਛਾਨਣਾ ਕੀਤਾ, ਅਸੀਂ ਉਹਨਾਂ ਤੋਂ ਬਲਿਹਾਰ ਜਾਣਾ ਕਰਦੇ ਹਾਂ। ਮਨਮੁਖ ਸੱਚ ਨ ਜਾਣਨੀ, ਤਿਨ ਠਾਉਰ ਨ ਕਤਹੂ ਥਾਉ। ਮਨਮੁਖ ਲੋਕ ਸੱਚ ਸਰੂਪ ਨੂੰ ਜਾਣਦੇ ਨਹੀਂ। ਪਾਤਸ਼ਾਹ ਕਹਿੰਦੇ ਇਹਨਾਂ ਨੂੰ ਇੱਥੇ ਵੀ ਸੰਗਤ ਵਿੱਚ ਠੌਰ ਭਾਵ ਥਾਂ ਨਹੀਂ, ਤੇ ਪ੍ਰਲੋਕ ਵਿੱਚ ਵੀ ਕਿਤੇ ਥਾਂ ਨਹੀਂ। ਸੱਚ ਖਾਣਾ, ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਦਾ ਸ਼੍ਰਵਣ ਕਰਨ ਰੂਪ ਖਾਣਾ ਕੀਤਾ ਹੈ, ਮੰਨਣ ਰੂਪ ਪਹਿਨਣਾ ਕੀਤਾ ਹੈ, ਉਹਨਾਂ ਨੇ ਸੱਚੇ ਨਾਮ ਵਿੱਚ ਬਿਰਤੀ ਨੂੰ ਟਿਕਾ ਕਰਕੇ ਵਸਣਾ ਕੀਤਾ ਹੈ।